सबसे बड़ा चैलेंज कि मेरी फैमिली बैकग्राउंड ऐसी कुछ नहीं थी। मैं ब्राह्मण फैमिली से नहीं हूँ और हमारी फैमिली में एस्ट्रोलॉजी, टीवी देखना, ये सारी चीज़ें बिल्कुल भी नहीं थी और किसी भी वे में नहीं थी। कहा जाता है आज तूफान आएगा, लेकिन वो कई बार नहीं आता। जब वो आता है तब ये कहा नहीं जाता। इसका मतलब ये नहीं कि हमारे मौसम विभाग वालों की किसी तरह की कमी है। अगर वो लोग अपनी चीज़ों पे पूरे नहीं उतर पा रहे तो कहीं ना कहीं एक एस्ट्रोलॉजर भी इन चीज़ों पे पूरा नहीं उतर पाता। दावा किस बेसिस से किया जाता है? जो कहते ने हर समस्या का समाधान वो गलत है, वो गलत है। सच की है कि जे कोई बीमारी हुई है तो सिर्फ डॉक्टर दे कोल जाना, डॉक्टर दे कोल जाया जावे। मतलब उस टाइम ते एस्ट्रोलॉजी किते दिखाई नहीं जी नहीं। देखो एक चीज़ का डिजास्टर सारे वर्ल्ड दे ऊपर है, ਇਹਦਾ मतलब वो तो इक्वल है ना। तो नोज तो हर एक दे लगे पर मेडिसिन ਤੁਹਾਨੂੰ ਲੈਣੀ ਪੈਗੀ ਜਿਹਦੇ ਨੋਜ਼ ਦੇ ਵਿੱਚ ਪ੍ਰੋਬਲਮ ਹੈਗੀ ਆ। ਸਰ ਜਦੋਂ ਮਹਾਮਾਰੀ ਸ਼ੁਰੂ ਹੋਈ ਤਾਂ 5 ਵਜੇ ਥਾਲੀਆਂ ਖੜਕਾਣਾ, ਤਾੜੀਆਂ ਵਜਾਣਾ ਜਾਂ ਇੱਕ ਦਿਨ 9:09 ਤੇ ਦੀਵੇ ਮੋਮਬਤੀਆਂ ਜਾਂ ਮੋਬਾਈਲ ਦੀ ਟਾਰਚ ਲਾਈਟਸ ਲੈ ਕੇ ਬਾਹਰ ਆਣਾ, ਇਹਨੂੰ ਕਿਤੇ ਨਾ ਕਿਤੇ ਐਸਟ੍ਰੋਲੋਜੀ ਦੇ ਨਾਲ, ਕਿਤੇ ਨਾ ਕਿਤੇ ਸਟੱਡੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਵੱਲੋਂ। ਕੀ ਇਹ ਸੱਚ ਸੀ? ਜੀ ਦੇਖੋ ਮੈਂ ਵੀ ਜਦੋਂ ਇਹ ਚੀਜ਼ਾਂ ਸੁਣੀਆਂ ਔਰ ਜਿੱਦਾਂ ਹੀ ਇਹ 9:09 ਹੋਏ, 5 ਵਜੇ ਹੋਏ ਤਾਂ ਫੇਸਬੁੱਕ ਜਾਂ ਸਾਰਾ ਕੁਝ ਓਪਨ ਕਰਦੇ ਸਾਰੀ ਇੱਕ ਬੜਾ ਵੱਡਾ ਹਜੂਮ ਆਇਆ ਐਸਟ੍ਰੋਲੋਜਰਸ ਦਾ ਕਿ ਇਹਦੇ ਵਿੱਚ ਆ ਸਿਗਨੀਫਿਕੇਸ਼ਨ ਹੈ, ਇਹਦੇ ਵਿੱਚ ਇਹ ਸਿਗਨੀਫਿਕੇਸ਼ਨ ਹੈ। ਤੁਸੀਂ ਮੈਨੂੰ ਕੋਈ ਵੀ ਨੰਬਰ ਦੱਸ ਦਿਓ, ਮੈਂ ਹਰ ਨੰਬਰ ਨੂੰ ਕਿਸੇ ਚੀਜ਼ ਨਾਲ ਜੋੜ ਸਕਦਾ। ਅਗਰ ਤੁਸੀਂ ਮੈਨੂੰ ਕਹੋਗੇ ਨਾ ਕਿ 3 ਵਜੇ ਅਗਰ ਸਪੋਜ਼ ਕਰੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਤਾਂ ਸ਼ਾਇਦ ਮੇਰੀ ਵਰਡਿੰਗ ਹੋਣੀ ਸੀ। ਉਹਨਾਂ ਨੇ 3 ਇਸ ਕਰਕੇ ਕਿਹਾ ਕਿਉਂਕਿ ਓਮ ਦੀ ਸ਼ੁਰੂਆਤ ਦਿਨ ਤੋਂ ਹੁੰਦੀ ਹੈ। ਅਗਰ ਉਹ 4 ਵਜੇ ਕਹਿੰਦੇ ਤਾਂ ਮੈਂ ਕਹਿਣਾ ਸੀ ਚਾਰੋਂ ਦਿਸ਼ਾਵਾਂ ਕਰਕੇ ਇੱਦਾਂ ਕੀਤਾ। ਅਗਰ ਉਹ 7 ਵਜੇ ਕਹਿੰਦੇ ਤਾਂ ਮੈਂ ਕਹਿਣਾ ਸੀ 7 ਨੂੰ ਅਸੀਂ ਇੱਕ ਲਾਈਟ ਦੀ ਤਰ੍ਹਾਂ, ਇੱਕ ਲੈਂਪ ਦੀ ਤਰ੍ਹਾਂ ਕਹਿ ਸਕਦੇ ਹਾਂ ਕਿਉਂਕਿ 7 ਨੰਬਰ ਇੱਕ ਲੈਂਪ ਨੂੰ ਸਿਗਨੀਫਾਈ ਕਰਦਾ ਹੈ। 9:09 ਨੂੰ ਕੀ ਦੇਖੋ 9 ਪਲੈਨਟਸ ਨਾਲ ਕਰ ਦੇਣਾ ਸੀਗਾ ਕਿ ਸਾਡੇ 9 ਪਲੈਨਟਸ ਹੈ ਜਿਹੜੇ ਜ਼ਿਆਦਾ ਚਲਾਇਮਾਨ ਹੈਗੇ ਆ। तो ਅਸੀਂ ਹਰ ਨੰਬਰ ਨੂੰ ਹਰ ਨੰਬਰ ਦੇ ਨਾਲ ਬੜੀ ਈਜ਼ੀਲੀ ਸਿਗਨੀਫਾਈ ਕਰ ਸਕਦੇ ਹਾਂ। ਇਹਨੂੰ ਲਿੰਕ ਕਰਨਾ ਕੋਈ ਟਫ ਨਹੀਂ ਹੈ। ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਿਤੇ ਨਾ ਕਿਤੇ ਕਿਸੇ ਐਸਟ੍ਰੋਲੋਜਰ ਤੋਂ ਸਲਾਹ ਲੈਂਦੇ ਹੋਣਗੇ ਕਿ ਇਹ ਹਵਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਟੇਵਾ ਦੇਖੀਏ ਤੇ ਉਹਦੇ ਵਿੱਚ ਅਸੀਂ ਵਰਡਿੰਗ ਇਹ ਯੂਜ਼ ਕਰਾਂਗੇ ਕਿ ਇਹ ਇਨਸਾਨ ਇੱਕ ਐਕਸ਼ਨ ਓਰੀਐਂਟਡ ਇਨਸਾਨ ਹੋਏਗਾ, ਇੱਕ ਗਵਰਨਮੈਂਟ ਦੀ ਬਹੁਤ ਵੱਡੇ ਬੈਕਬੋਨ ਹੋਣਗੇ ਔਰ ਇਹਨਾਂ ਦੇ ਬਹੁਤ ਵੱਡੇ ਵੱਡੇ ਡਿਸੀਜਨਸ ਹੋਣਗੇ। ਬਟ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੀ ਹੋਣਗੇ। ਅਸੀਂ ਸਿਗਨੀਫਿਕੇਸ਼ਨ ਨੂੰ ਪਤਾ ਕਰਨਾ ਔਰ ਇੱਕ ਠੱਪਾ ਲਗਾ ਦੇਣਾ, ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ। ਅਸੀਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਹਰ ਸਮੱਸਿਆ ਦਾ ਸਮਾਧਾਨ, ਹਰ ਸਮੱਸਿਆ ਦਾ ਸਮਾਧਾਨ ਹੁੰਦਾ ਕਦੀ ਨਹੀਂ ਹੈ। देखिए हर समस्या का समाधान ਮੈਨੂੰ ਲੱਗਦਾ ਕਿ ਜਦੋਂ ਇਨਸਾਨ ਮੈਮ ਪਰੇਸ਼ਾਨ ਹੁੰਦਾ ਨਾ, ਜਦੋਂ ਬਹੁਤ ਜ਼ਿਆਦਾ ਬੜੇ ਸੈਟਬੈਕ ਹੁੰਦਾ ਉਹਨੂੰ ਛੋਟੀ ਜਿਹੀ ਇੱਕ ਰੇ ਆਫ ਹੋਪ ਬਹੁਤ ਬੜੀ ਚੀਜ਼ ਲੱਗਦੀ ਆ। तो शायद इस वर्डिंग ਨੂੰ ਸੁਣ ਕੇ ਅਸੀਂ ਲੋਕ ਚਲੇ ਜਾਂਦੇ ਆ ਉਹਨਾਂ ਕੋਲ। ਔਰ ਐਸਟ੍ਰੋਲੋਜੀ ਨੂੰ ਅਗਰ ਈਜ਼ੀ ਲੈਂਗੁਏਜ ਵਿੱਚ ਕਿਹਾ ਜਾਵੇ ਤਾਂ ਇੱਕ ਡਿਵਾਈਨ ਹੈਲਪ ਹੈ ਔਰ ਪਰਮਾਤਮਾ ਦੀ ਇੱਕ ਕਿਰਪਾ ਦੇ ਨਾਲ ਪਰਮਾਤਮਾ ਨੇ ਸਾਡੇ ਥਰੂ ਬਸ ਇੱਕ ਅੱਛਾ ਕੰਮ ਕਰਵਾਉਣਾ ਹੈ। ਐਸਟ੍ਰੋਲੋਜਰਸ ਨੂੰ ਚਾਹੀਦਾ ਚੀਜ਼ਾਂ 'ਚ ਬਿਲਕੁਲ ਨਾ ਪੈਣ, ਕੰਪੀਟੀਸ਼ਨ 'ਚ ਬਿਲਕੁਲ ਨਾ ਪੈਣ। ਤੁਹਾਡੇ ਕਲਾਇੰਟ, ਤੁਹਾਡੇ ਸਟੂਡੈਂਟਸ ਕਿਤੇ ਨਹੀਂ ਜਾ ਰਹੇ। ਜਿਹਨੂੰ ਟੇਵਾ ਦਿਖਾਉਣ ਦੀ ਆਦਤ ਹੈ ਉਹ ਇੱਕ ਨੂੰ ਨਹੀਂ, ਉਹ 100 ਨੂੰ ਦਿਖਾਉਂਦਾ। ਜਿਹਨੂੰ ਪੜ੍ਹਨ ਦੀ ਆਦਤ ਹੈ ਇੱਕ ਨੂੰ ਨਹੀਂ 100 ਕੋਲ ਪੜ੍ਹਦਾ। ਇਸ ਕਰਕੇ ਤੁਸੀਂ ਆਪਣਾ ਨੋਬਲ ਵਰਕ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ ਤੇ ਮੇਰੇ ਨਾਲ ਐਸਟ੍ਰੋਲੋਜਰ ਮਨੀਸ਼ ਸ਼ਾਹੀ ਇੱਕ ਵਾਰ ਫਿਰ ਤੋਂ ਡੇਲੀ ਪੋਸਟ ਦੇ ਪਲੇਟਫਾਰਮ ਰਾਹੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ ਥਰਡ ਆਈ ਐਸਟ੍ਰੋਵਿਜ਼ਨ ਤੋਂ। ਸਭ ਤੋਂ ਪਹਿਲਾ ਸਵਾਲ ਇਹਨਾਂ ਨੂੰ ਇਹੀ ਪੁੱਛਾਂਗੇ ਕਿ ਜਦੋਂ ਦੇਸ਼ ਦੇ ਵਿੱਚ ਇਹ ਮਹਾਮਾਰੀ ਆਈ ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਆਏ ਕਿ ਐਸਟ੍ਰੋਲੋਜਰਸ ਕਿੱਥੇ ਨੇ, ਬਾਬੇ ਕਿੱਥੇ ਨੇ ਜਿਹੜੇ ਇਹ ਦਾਅਵੇ ਕਰਿਆ ਕਰਦੇ ਸੀ ਕਿ ਉਹਨਾਂ ਕੋਲ ਹਰ ਸਮੱਸਿਆ ਦਾ ਹੱਲ ਹੈ, ਉਹ ਲੋਕ ਕਿੱਥੇ ਨੇ, ਗਾਇਬ ਕਿਉਂ ਹੋ ਗਏ। ਤਾਂ ਬਹੁਤ ਸਾਰੇ ਸਵਾਲ ਨੇ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਵਾਲ ਨੇ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਇੱਕ ਟ੍ਰੈਡੀਸ਼ਨਲ ਸਟੱਡੀ ਨੂੰ ਅਕੈਡਮਿਕ ਦੇ ਵਿੱਚ ਲੈ ਕੇ ਆਉਣ ਦੇ ਪਿੱਛੇ ਕੀ ਮਕਸਦ ਹੈ ਇਹਨਾਂ ਦਾ। ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਦੋਸਤੋ। ਥੋੜਾ ਜਿਹਾ ਮੈਂ ਸ਼ਬਦ ਯੂਜ਼ ਕਰਾਂਗਾ ਕਿ ਮੈਂ ਸ਼ਾਇਦ ਇਹਨੂੰ ਹਿੰਦੀ 'ਚ ਕਹਾਂਗਾ ਕਿਉਂਕਿ ਬਹੁਤ ਸਾਰੇ ਵਿਊਵਰਸ ਦਾ ਸਾਨੂੰ ਮੈਸੇਜ ਆਇਆ कि उन्होंने पंजाबी च कई चीज़ें नहीं पता लग रही हैं। सो मैं ट्राई कर रहे हैं कि इसको मैं थोड़ा हिंदी में बात करूं। तो ये जर्नी के बारे में अगर मैं बात करूं, ये जर्नी बहुत ही डिफरेंट रही मेरे लिए क्योंकि इसमें सबसे बड़ी बात ये थी कि एक ऐसे विषय को इतनी दूर तक लेके आना जो अपने आप में एक विषय ही नहीं है ना। और सबसे बड़ा चैलेंज कि मेरी फैमिली बैकग्राउंड ऐसी कुछ नहीं थी। मैं ब्राह्मण फैमिली से नहीं हूँ और हमारी फैमिली में एस्ट्रोलॉजी, टीवी देखना, ये सारी चीज़ें बिल्कुल भी नहीं थी और किसी भी वे में नहीं थी। तो मैंने बड़ा ही एक फ़न वे में इसको स्टार्ट करना शुरू किया और ये जब जर्नी शुरू हुई तो सबसे बड़ा चैलेंज ये एक्सेप्ट मैंने किया कि मैं इसको कोचिंग में ले आया। और इसको ज़्यादातर लोग जो देखने वाले होते थे वो क्या करते थे कि ट्रेडिशनल वे में पढ़ने की कोशिश करते थे। बहुत सारी ऐसी बुक्स थी, ट्रेडिशनल पंडित थे, एस्ट्रोलॉजर थे जिनसे पढ़ते थे। ऐसा नहीं कहूँगा कि उसमें कोई एकेडमिक टीचर्स नहीं थे, मेरे बहुत सारे टीचर्स एकेडमिक रहे हैं और सभी बड़े रिस्पेक्टेडली, सभी से मैंने बहुत कुछ सीखा। लेकिन ये विषय में एक प्रॉब्लम ये है ना कि ये विषय है ही नहीं जिसको हम लोग पढ़ा रहे हैं और लोग हमसे इतनी सारी एक्सपेक्टेशंस लेकर आ रहे हैं कि उनको लगता है कि वो किसी चीज़ को लेकर इतना चैलेंज नहीं करते जितना एक एस्ट्रोलॉजी को लेकर चैलेंज करते हैं। आप लगा लीजिए अगर किसी ने कोई भविष्यवाणी की है हमारे कि आज भूकंप आएगा या आज बारिश होगी
तो वो भी नहीं कई बार होती। तो ये तो नहीं कहा जा सकता कि वो लोग गलत है जो इतनी बड़ी रिसर्चेस के ऊपर बैठे हैं। कहा जाता है आज तूफान आएगा, लेकिन वो कई बार नहीं आता। जब वो आता है तब ये कहा नहीं जाता। इसका मतलब ये नहीं कि हमारे मौसम विभाग वालों की किसी तरह की कमी है। अगर वो लोग अपनी चीजों पे पूरे नहीं उतर पा रहे तो कहीं ना कहीं एक एस्ट्रोलॉजर भी इन चीजों पे पूरा नहीं उतर फिर पाता। दावा किस बेसिस पे कीता जाता है? देखो दावा क्या दावे में ये हो जाता है ना कि हर कैटेगरी में कुछ अच्छे और कुछ कमर्शियलाइज्ड लोग होते हैं जो इस चीज को अलग तरीके से रिप्रेजेंट कर देते हैं। लेकिन जैसे हम ये वायरस की बात करें, फर्स्ट ऑफ ऑल जो चीज दिखाई नहीं देती ना, उस चीज की कोई प्रिडिक्शन ही नहीं होती। जैसे हमारा शक है, वहम है, ऑब्सेशन है, लाइक इवल स्पिरिट्स है, इन चीजों के बारे में प्रिडिक्ट किया नहीं जा सकता जो चीज हमें दिखाई नहीं देती। इससे भी बड़ी चीज ये है कि ये जो चीजें हम लोग नॉर्मल एस्ट्रोलॉजी में फाइंड आउट करते हैं, इसके लिए इस एस्ट्रोलॉजी की बजाय मेदनी एस्ट्रोलॉजी, जिसको हम मंडेन एस्ट्रोलॉजी कहते हैं, वो वर्क करती है, जिसके लिए एक पूरे साल का एक होरोस्कोप बनता है। लेकिन उस होरोस्कोप के आधार पर हम किसी तरह की अनगैली करें, ये गलत है। हमें प्रॉपर अपनी गवर्नमेंट के, अपने डॉक्टर्स के रूल्स एंड रेगुलेशंस के अकॉर्डिंग चलना चाहिए। ऐसा कभी नहीं करना चाहिए कि हमने वो होरोस्कोप बनाया और उसको लेकर, हाँ उसमें जल स्तंभ निकलते हैं, वायु स्तंभ निकलते हैं कि इस बार बारिश कितनी होगी, इस बार हवाएं कैसी चलेगी। लेकिन फिर भी मैं, जैसे मैंने लास्ट टाइम भी कहा था, ये सारा प्रोस्पेक्टिव है। इसको इतना सीरियस वे में लेकर कि हम लोग मेडिसिन खानी बंद कर दें, ऐसा नहीं है। जो चीज दिखाई नहीं देती उसका किसी भी वे में, जैसे कोरोना वायरस हमें दिखाई नहीं देता, तो इसके बारे में प्रिडिक्ट करना एस्ट्रोलॉजिकल लैंग्वेज में मुझे किसी ना किसी वे में अच्छा नहीं लग रहा। शायद मुझे इतने सारे चैनल्स की कॉल्स आई कि कोरोना के बारे में बनाए, तो मुझे ये ठीक नहीं लगा, क्योंकि इसके लिए प्रिकॉशन करना ही हमारे लिए सबसे बेस्ट है। लेकिन मेदिनी एस्ट्रोलॉजी में मतलब जो कहते हैं हर समस्या का समाधान वो गलत है, वो गलत है। ऐसे अगर हर समस्या का समाधान होने लग जाए, फिर तो हम लोगों को कुछ करने की नीड ही नहीं है। लाइन जितनी लंबी हो कि सब कुछ ही ठीक हो जाए। लेकिन डायरेक्शंस लेकर अगर हम इसको करें तो रिजल्ट्स बहुत अच्छे हैं। पर सर ਹੁਣ ਜਿਹੜਾ ਦੌਰ ਚੱਲਿਆ ਇਸ ਮਹਾਮਾਰੀ ਦੇ ਕਾਰਨ ਸਾਨੂੰ ਇਹ ਪਤਾ ਲੱਗ ਗਿਆ ਆਪਣਾ ਪਰਿਵਾਰ, ਡਾਕਟਰਸ ਜਾਂ ਇਹ ਜੋ ਚੀਜ਼ਾਂ ਵਰਕਿੰਗ ਰਹੀਆਂ ਨੇ, Yes, yes, ਤੁਸੀਂ yes. ਦੇਖ ਸਕਦੇ ਹੋ ਜੀ, ਪੁਲਿਸ ਜੀ, ਆਫੀਸ਼ੀਅਲਸ ਵਰਕਿੰਗ ਰਹੇ ਨੇ, ਤਾਂ ਸੱਚ ਕੀ ਹੈ ਕਿ ਘਰ ਦਾ ਖਾਣਾ, ਸੱਚ ਕੀ ਹੈ ਕਿ ਜੇ ਕੋਈ ਬਿਮਾਰੀ ਹੋਈ ਹੈ ਤੇ ਸਿਰਫ ਡਾਕਟਰ ਦੇ ਕੋਲ ਜਾਣਾ, ਡਾਕਟਰ ਦੇ ਕੋਲ ਜਾਇਆ ਜਾਵੇ। मतलब उस टाइम ਤੇ ਐਸਟ੍ਰੋਲੋਜੀ ਕਿਤੇ ਦਿਖਾਈ ਨਹੀਂ ਦਿੰਦੀ। नहीं जी नहीं, देखो एक चीज ਦਾ डिजास्टर ਸਾਰੇ ਵਰਲਡ ਦੇ ਉੱਪਰ ਹੈ, ਇਹਦਾ ਮਤਲਬ ਉਹ ਤਾਂ ਇਕੁਅਲ ਹੈ ਨਾ। तो नोज ਤਾਂ ਹਰ ਇੱਕ ਦੇ ਲੱਗਿਆ, ਪਰ ਮੈਡੀਸਨ ਤੁਹਾਨੂੰ ਲੈਣੀ ਪਏਗੀ ਜਿਹਦੇ ਨੋਜ਼ ਦੇ ਵਿੱਚ ਪ੍ਰੋਬਲਮ ਹੈਗੀ ਹੈ। तो ਇਹ ਡਿਜ਼ਾਸਟਰ ਸਾਰੀ ਦੁਨੀਆ ਵਾਸਤੇ ਹੈ। ਇਹਨੂੰ ਅਸੀਂ ਇਸ ਚੀਜ਼ ਵਿੱਚ ਲੈਣ ਦੀ ਬਜਾਏ, ਤੁਹਾਨੂੰ ਅਗਰ ਮੈਂ ਦੱਸਾਂ ਕਿ ਮੈਂ ਤਾਂ ਇਸ ਸਮੇਂ ਦੇ ਵਿੱਚ ਇੰਨੀ ਰਿਸਰਚ ਕੀਤੀ, ਔਰ ਇਹ 2 ਮਹੀਨੇ ਦੇ ਵਿੱਚ, ਕਿਉਂਕਿ ਡਿਜ਼ਾਸਟਰ ਆਪਣੀ ਜਗ੍ਹਾ ਸੀ, ਉਹਦੇ ਵਿੱਚੋਂ ਨਿਕਲਣ ਦਾ ਸਾਡੇ ਕੋਲ ਕੋਈ ਹੱਲ ਨਹੀਂ ਸੀਗਾ। ਹੱਲ ਇਹੀ ਸੀਗਾ ਕਿ ਆਪਣੇ ਪਰਿਵਾਰ ਨਾਲ ਰਿਹਾ ਜਾਵੇ, ਔਰ ਪਰਿਵਾਰ ਨਾਲ ਖੂਬ ਖਾਇਆ ਪੀਆ ਜਾਵੇ, ਮਸਤੀ ਕੀਤੀ ਜਾਵੇ, ਸਾਫ਼ ਸੁਥਰੇ ਤਰੀਕੇ ਨਾਲ ਲਾਈਫ ਨੂੰ ਸਪੈਂਡ ਕੀਤਾ ਜਾਵੇ। ਔਰ ਸਪੈਸ਼ਲੀ ਜੋ ਮੈਂ ਇਹਦੇ ਵਿੱਚ ਬਹੁਤ ਵੱਡਾ ਖਜ਼ਾਨਾ ਲਿੱਤਾ ਔਰ ਰਿਸਰਚ ਕੀਤੀ। ਇੱਕ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਕਿ ਜਦੋਂ ਪਰਿਵਾਰਕ ਮੈਂਬਰ ਬਿਮਾਰ ਹੁੰਦਾ ਤੇ ਬਾਬੇ ਕੋਲ ਜਾ ਕੇ ਪੁੱਛਦੇ ਨੇ ਕਿ ਦੱਸੋ ਸਮੱਸਿਆ ਦਾ ਹੱਲ ਕੀ ਹੈ, ਮੇਰੀ ਵਾਈਫ ਨੂੰ ਠੀਕ ਕਰ ਦਿਓ, ਤੇ ਹੱਲ ਇਹ ਸੀ ਕਿ ਉਹਨੂੰ ਡਾਕਟਰ ਕੋਲ ਜਾਣਾ ਚਾਹੀਦਾ ਸੀ। ਡਾਕਟਰ ਕੋਲ, ਯੈਸ ਬਿਲਕੁਲ ਬਿਲਕੁਲ। ਮੇਰੇ ਇੰਨੇ ਸਾਰੇ ਲੋਕਾਂ ਨੂੰ ਅਸੀਂ ਪੜ੍ਹਾ ਚੁੱਕੇ ਹਾਂ ਔਰ ਬੜੇ ਸਕਸੈਸਫੁਲੀ ਕੰਮ ਕਰ ਰਹੇ ਹਾਂ। ਔਰ ਈਸ਼ਵਰ ਦੀ ਕਿਰਪਾ ਨਾਲ ਤੁਸੀਂ ਲਗਾ ਲਓ, ਹੁਣ ਇਸ ਸਮੇਂ ਦੇ ਵਿੱਚ ਬਹੁਤ ਸਾਰਾ ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਪੜ੍ਹ ਰਹੇ ਆ, ਔਰ ਅਸੀਂ ਥੋੜਾ ਟੈਕਨੋਲੋਜੀ ਵਿੱਚ ਚਲੇ ਗਏ। ਆਨਲਾਈਨ ਕਲਾਸਿਸ ਅਸੀਂ ਸਟਾਰਟ ਕੀਤੀਆਂ, ਔਰ ਮੈਜੀਕਲੀ ਸਾਨੂੰ ਰਿਜ਼ਲਟਸ ਆਏ, ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ, ਔਰ ਉਹ ਸਾਰੇ ਲੋਕ ਅਕੈਡਮਿਕਲੀ ਸਟਰੋਂਗ ਹੈ। ਕਲਾਸਿਸ ਦੇ ਵਿੱਚ ਕੀ ਫੋਕਸ ਰਹਿੰਦਾ ਸਰ ਤੁਹਾਡਾ? ਬੱਚਿਆਂ ਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰਦੇ? ਮੈਮ ਉਹਦੇ ਵਿੱਚ ਅਸੀਂ ਫਸਟ ਆਫ ਆਲ ਅਸੀਂ ਪਹਿਲੇ ਦਿਨ ਉਹਨਾਂ ਨੂੰ ਕਹਿ ਦਿੰਦੇ ਆ ਕਿ ਕੋਸ਼ਿਸ਼ ਕਰੋ ਕਿ ਬਹੁਤ ਜ਼ਿਆਦਾ ਰੈਮੇਡੀਅਲ ਪਾਰਟ ਵਿੱਚ ਨਾ ਪਵੋ, ਔਰ ਇੱਕ ਛੋਟਾ ਜਿਹਾ ਅਸੀਂ ਚਾਹੇ ਅਣਚਾਹੇ ਇੱਕ ਪ੍ਰੋਮਿਸ ਮੰਗਦੇ ਆ ਕਿ ਤੁਸੀਂ ਕੋਸ਼ਿਸ਼ ਕਰੋ ਬਲਫ ਨਾ ਕਰੋ। ਲੇਕਿਨ ਇਸ ਸਬਜੈਕਟ ਨੂੰ ਸਮਝਣਾ, ਪੜ੍ਹਨਾ, ਕਿਉਂਕਿ ਸਾਡੇ ਕੋਲ ਜਿਹੜੇ ਲੋਕ ਆਉਂਦੇ ਆ ਉਹ ਕੋਈ 17-18 ਸਾਲ ਦੇ ਤੋਂ ਪਲੱਸ ਆਉਂਦੇ ਆ, ਬੱਚੇ ਆਉਂਦੇ ਆ। ਔਰ ਜਿਹੜਾ ਬੱਚਾ 17-18 ਈਅਰ 'ਚ ਹੁੰਦਾ, ਸ਼ਾਇਦ ਉਹ ਥੋੜਾ ਜਿਹਾ ਜ਼ਿਆਦਾ ਐਕਸ਼ਨ ਓਰੀਐਂਟਡ ਹੁੰਦਾ, ਉਹਨੂੰ ਵੇ ਆਫ ਟਾਕਿੰਗ ਉਹਦਾ ਥੋੜਾ ਜਿਹਾ ਦੂਸਰੇ ਲੋਕਾਂ ਨਾਲੋਂ ਇੰਨਾ ਕਾਮ ਨਹੀਂ ਹੋ ਪਾਉਂਦਾ। ਔਰ ਲੋਕ ਸਾਡੇ ਕੋਲ 80 ਈਅਰ 90 ਈਅਰ ਦੇ ਆਉਂਦੇ ਆ। ਪਹਿਲਾਂ ਤਾਂ ਉਹ ਲੋਕਾਂ ਨੂੰ ਕਲਾਸਰੂਮ ਦੇ ਵਿੱਚ ਬਿਠਾਉਣਾ ਔਰ ਉਹਨਾਂ ਨੂੰ ਆਪਸ 'ਚ ਉਹਨਾਂ ਦੀ ਕੰਪੈਟੇਬਿਲਿਟੀ ਨੂੰ ਸੈੱਟ ਕਰਨਾ ਬਹੁਤ ਟਫ ਰਹਿੰਦਾ ਸੀ। ਇੰਨਾ ਟਫ ਟਾਸਕ ਰਹਿੰਦਾ ਸੀ। ਅਗਰ ਅਸੀਂ ਫਾਸਟ ਪੜ੍ਹਾਉਂਦੇ ਆ ਤਾਂ ਸਟੂਡੈਂਟਸ ਕਹਿੰਦੇ ਸੀ ਕਿ ਸਾਡੇ ਉੱਪਰੋਂ ਜਾ ਰਿਹਾ, ਸਲੋ ਪੜ੍ਹਾਉਂਦੇ ਆ ਤਾਂ ਸਟੂਡੈਂਟਸ ਕਹਿੰਦੇ ਸੀ ਸਰ ਤੁਸੀਂ ਕੁਝ ਆਪਣੇ ਕੋਲ ਰੱਖ ਰਹੇ ਹੋ, ਤੁਹਾਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਹੈ। ਔਰ ਇੱਕ ਛੋਟੀ ਜੀ ਗਲਤੀ, ਕਿਉਂਕਿ ਸਾਰੇ ਲੋਕ ਬੜੇ ਸੀਗੇ, ਛੋਟੀ ਜੀ ਗਲਤੀ ਤੇ ਕਈ ਵਾਰੀ ਉਹ ਸਾਨੂੰ ਰਿਟੈਲੀਏਟ ਕਰਦੇ ਸੀ। ਤਾਂ ਇਹ ਚੀਜ਼ਾਂ ਨੂੰ ਸੰਭਾਲਣਾ, ਔਰ ਅਗਰ ਇੱਕ ਬੰਦਾ ਜ਼ਿਆਦਾ ਕੁਆਰੀ ਕਰ ਰਿਹਾ, ਦੂਸਰਾ ਨਹੀਂ ਕਰ ਰਿਹਾ ਤਾਂ ਵੀ ਪ੍ਰੋਬਲਮ ਹੈ। ਅਗਰ ਉਹ ਜ਼ਿਆਦਾ ਕੁਆਰੀ ਕਰ ਰਿਹਾ ਤਾਂ ਵੀ ਪ੍ਰੋਬਲਮ ਹੈ, ਨਹੀਂ ਕਰ ਰਿਹਾ ਤਾਂ ਵੀ ਪ੍ਰੋਬਲਮ ਹੈ। ਸਾਡਾ ਟਾਸਕ ਇੱਕ ਬਹੁਤ ਬੜਾ ਸੀਗਾ ਕਿ ਲੋਕਾਂ ਦੀ ਜਿਹੜੀ ਨੇਚਰ ਹੈ, ਪੇਸ਼ੈਂਸ ਲੈਵਲ ਹੈ ਥੋੜਾ ਜਿਹਾ ਐਜੂਕੇਸ਼ਨ ਨੂੰ ਲੈ ਕੇ, ਉਹ ਥੋੜਾ ਜਿਹਾ ਸਾਨੂੰ ਘੱਟ ਦੇਖਣ ਨੂੰ ਮਿਲਿਆ।
ਉਹ ਚੈਲੰਜ ਸਾਡਾ ਸੀਗਾ ਕਿ ਉਹਨੂੰ ਮੈਨੇਜ ਕੀਤਾ ਜਾਵੇ। ਸਰ ਜਦੋਂ ਮਹਾਮਾਰੀ ਸ਼ੁਰੂ ਹੋਈ ਤਾਂ 5 ਵਜੇ ਥਾਲੀਆਂ ਖੜਕਾਣਾ, ਤਾੜੀਆਂ ਵਜਾਣਾ, ਜਾਂ ਇੱਕ ਦਿਨ 9:09 ਤੇ ਦੀਵੇ ਮੋਮਬਤੀਆਂ ਜਾਂ ਮੋਬਾਈਲ ਦੀ ਟਾਰਚ ਲਾਈਟਸ ਲੈ ਕੇ ਬਾਹਰ ਆਣਾ, ਇਹਨੂੰ ਕਿਤੇ ਨਾ ਕਿਤੇ ਐਸਟ੍ਰੋਲੋਜੀ ਦੇ ਨਾਲ, ਕਿਤੇ ਨਾ ਕਿਤੇ ਸਟੱਡੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਵੱਲੋਂ, ਕੀ ਇਹ ਸੱਚ ਸੀ? ਜੀ ਦੇਖੋ, ਮੈਂ ਵੀ ਜਦੋਂ ਇਹ ਚੀਜ਼ਾਂ ਸੁਣੀਆਂ ਔਰ ਜਿੱਦਾਂ ਹੀ ਇਹ 9:09 ਹੋਏ, 5 ਵਜੇ ਹੋਏ, ਤਾਂ ਫੇਸਬੁੱਕ ਜਾਂ ਸਾਰਾ ਕੁਝ ਓਪਨ ਕਰਦੇ ਸਾਰੀ ਇੱਕ ਬੜਾ ਵੱਡਾ ਹਜੂਮ ਆਇਆ ਐਸਟ੍ਰੋਲੋਜਰਸ ਦਾ ਕਿ ਇਹਦੇ ਵਿੱਚ ਆਹ ਸਿਗਨੀਫਿਕੇਸ਼ਨ ਹੈ, ਇਹਦੇ ਵਿੱਚ ਇਹ ਸਿਗਨੀਫਿਕੇਸ਼ਨ ਹੈ। ਤੁਸੀਂ ਮੈਨੂੰ ਕੋਈ ਵੀ ਨੰਬਰ ਦੱਸ ਦਿਓ, ਮੈਂ ਹਰ ਨੰਬਰ ਨੂੰ ਕਿਸੇ ਚੀਜ਼ ਨਾਲ ਜੋੜ ਸਕਦਾ। ਅਗਰ ਤੁਸੀਂ ਮੈਨੂੰ ਕਹੋਗੇ ਨਾ ਕਿ 3 ਵਜੇ ਅਗਰ ਸਪੋਜ਼ ਕਰੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ, ਤਾਂ ਸ਼ਾਇਦ ਮੇਰੀ ਵਰਡਿੰਗ ਹੋਣੀ ਸੀ, ਉਹਨਾਂ ਨੇ 3 ਇਸ ਕਰਕੇ ਕਿਹਾ ਕਿਉਂਕਿ ਓਮ ਦੀ ਸ਼ੁਰੂਆਤ ਦਿਨ ਤੋਂ ਹੁੰਦੀ ਹੈ। ਅਗਰ ਉਹ 4 ਵਜੇ ਕਹਿੰਦੇ ਤਾਂ ਮੈਂ ਕਹਿਣਾ ਸੀ ਚਾਰੋਂ ਦਿਸ਼ਾਵਾਂ ਕਰਕੇ ਇਦਾਂ ਕੀਤਾ। ਅਗਰ ਉਹ 7 ਵਜੇ ਕਹਿੰਦੇ ਤਾਂ ਮੈਂ ਕਹਿਣਾ ਸੀ 7 ਨੂੰ ਅਸੀਂ ਇੱਕ ਲਾਈਟ ਦੀ ਤਰ੍ਹਾਂ, ਇੱਕ ਲੈਂਪ ਦੀ ਤਰ੍ਹਾਂ ਕਹਿ ਸਕਦੇ ਹਾਂ, ਕਿਉਂਕਿ 7 ਨੰਬਰ ਇੱਕ ਲੈਂਪ ਨੂੰ ਸਿਗਨੀਫਾਈ ਕਰਦਾ ਹੈ। 9:09 ਨੂੰ ਕੀ ਦੇਖੋ 9 ਪਲੈਨਟਸ ਨਾਲ ਕਰ ਦੇਣਾ ਸੀਗਾ ਕਿ ਸਾਡੇ 9 ਪਲੈਨਟਸ ਹੈ ਜਿਹੜੇ ਜ਼ਿਆਦਾ ਚਲਾਇਮਾਨ ਹੈਗੇ ਆ, ਤਾਂ ਅਸੀਂ ਹਰ ਨੰਬਰ ਨੂੰ ਹਰ ਨੰਬਰ ਦੇ ਨਾਲ ਬੜੀ ਈਜ਼ੀਲੀ ਸਿਗਨੀਫਾਈ ਕਰ ਸਕਦੇ ਹਾਂ। ਇਹਨੂੰ ਲਿੰਕ ਕਰਨਾ ਕੋਈ ਟਫ ਨਹੀਂ ਹੈ। ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਿਤੇ ਨਾ ਕਿਤੇ ਕਿਸੇ ਐਸਟ੍ਰੋਲੋਜਰ ਤੋਂ ਸਲਾਹ ਲੈਂਦੇ ਹੋਣਗੇ ਕਿ ਇਹ ਹਵਾ 'ਚ? ਦੇਖੋ ਮੈਨੂੰ ਨਹੀਂ ਲੱਗਦਾ, ਕਿਉਂਕਿ ਅਗਰ ਇੱਕ ਐਸਟ੍ਰੋਲੋਜਰ, ਮੈਂ ਵੀ ਇੱਕ ਐਸਟ੍ਰੋਲੋਜੀ ਪੜ੍ਹਾਉਣਾ ਬੜੇ ਸਾਲਾਂ ਤੋਂ, ਅਗਰ ਮੈਂ ਚਾਹਾਂ ਤੁਸੀਂ ਮੈਨੂੰ ਇੱਕ ਹੋਰੋਸਕੋਪ ਦੋਗੇ ਨਾ ਕਿ ਇਹ 'ਚ ਕੋਈ ਕਮੀ ਕੱਢ ਦੋ, ਤਾਂ ਮੇਰੇ ਕੋਲ 1000 ਰੂਲ ਹੈ ਕੱਢਣ ਦੇ, ਔਰ ਅਗਰ ਤੁਸੀਂ ਮੈਨੂੰ ਕਹੋਗੇ ਖੂਬੀ ਕੱਢ ਦੋ, ਤਾਂ ਮੇਰੇ ਕੋਲ ਉਹ ਵੀ 1000 ਚੀਜ਼ਾਂ ਕੱਢਣ ਦੀਆਂ। ਮੈਂ ਜੋ ਇੱਕ ਆਬਜ਼ਰਵ ਕੀਤਾ, ਸਪੋਜ਼ ਕਰੋ ਅਸੀਂ ਬਹੁਤ ਬੜੇ ਸਿੰਗਰ ਦਾ ਹੋਰੋਸਕੋਪ ਲੈਂਦੇ ਆ, ਤਾਂ ਉਸ ਹੋਰੋਸਕੋਪ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਜਿਹੜਾ ਸਿੰਗਰ ਹੈ ਇਹਦੀ ਸਪੀਚ ਬਹੁਤ ਅੱਛੀ ਹੋਏਗੀ ਔਰ ਇਹਦਾ ਪ੍ਰੋਫੈਸ਼ਨ ਸਪੀਚ ਦੇ ਰਿਲੇਟਡ ਹੋਏਗਾ, ਔਰ ਇੱਕ ਬਹੁਤ ਇੱਕ ਬੜੀ ਇੰਡਸਟਰੀ ਨੂੰ ਫੋਲੋ ਕਰੇਗਾ, ਫੈਸ਼ਨ ਇੰਡਸਟਰੀ ਨੂੰ। ਦੈਟ ਮੀਨਸ ਉਹ ਵੱਡਾ ਹੋ ਕੇ ਲਤਾ ਮੰਗੇਸ਼ਕਰ ਬਣੇਗਾ ਕਿ ਸੋਨੂ ਨਿਗਮ ਬਣੇਗਾ, ਇਹ ਪ੍ਰਿਡਿਕਟੇਬਲ ਨਹੀਂ ਹੈ। ਅਗਰ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਟੇਵਾ ਦੇਖੀਏ ਤਾਂ ਉਹਦੇ ਵਿੱਚ ਅਸੀਂ ਵਰਡਿੰਗ ਇਹ ਯੂਜ਼ ਕਰਾਂਗੇ ਕਿ ਇਹ ਇਨਸਾਨ ਇੱਕ ਐਕਸ਼ਨ ਓਰੀਐਂਟਡ ਇਨਸਾਨ ਹੋਏਗਾ, ਇੱਕ ਗਵਰਨਮੈਂਟ ਦੀ ਬਹੁਤ ਵੱਡੇ ਬੈਕਬੋਨ ਹੋਣਗੇ, ਔਰ ਇਹਨਾਂ ਦੇ ਬਹੁਤ ਵੱਡੇ ਵੱਡੇ ਡਿਸੀਜਨਸ ਹੋਣਗੇ। ਬਟ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੀ ਹੋਣਗੇ। ਅਸੀਂ ਸਿਗਨੀਫਿਕੇਸ਼ਨ ਨੂੰ ਪਤਾ ਕਰਨਾ ਔਰ ਇੱਕ ਠੱਪਾ ਲਗਾ ਦੇਣਾ, ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ। ਐਸਟ੍ਰੋਲੋਜੀ ਇੱਕ ਅਜਿਹੀ ਟ੍ਰੈਡੀਸ਼ਨਲ ਸਟੱਡੀ ਹੈ ਜਿਸ ਨੂੰ ਜਦੋਂ ਜ਼ਿਕਰ ਹੁੰਦਾ ਤਾਂ ਲੋਕ ਅੰਧ ਵਿਸ਼ਵਾਸ ਕਹਿ ਕੇ ਇਸ ਨੂੰ ਐਡਰੈਸ ਕਰਦੇ ਨੇ, ਪਰ ਬਿਲੀਵ ਕੋਈ ਅੰਦਰੋਂ ਕਿਤੇ ਨਾ ਕਿਤੇ ਕਾਫੀ ਲੋਕ ਬਿਲੀਵ ਵੀ ਕਰਦੇ। ਬਹੁਤ ਲੋਕ, ਤੁਸੀਂ ਲਗਾ ਲਓ ਕਿ ਫਸਟ ਟਾਈਮ ਜਦੋਂ ਅਸੀਂ ਆਪਣਾ ਸਾਡੇ ਆਫਿਸ ਬਹੁਤ ਸਾਰੀਆਂ ਬਲਾਈਂਡਸ ਨਹੀਂ ਸੀਗੀਆਂ, ਔਰ ਲੋਕਾਂ ਦਾ ਇੱਕੋ ਹੀ ਕੁਐਸਚਨ ਹੁੰਦਾ ਸੀ ਕਿ ਸਰ ਪਲੀਜ਼ ਬਲਾਈਂਡਸ ਲਗਾ ਲਓ, ਅਸੀਂ ਨਹੀਂ ਚਾਹੁੰਦੇ ਸਾਨੂੰ ਕੋਈ ਦੇਖੇ। ਬਹੁਤ ਸਾਰੀ ਤਰ੍ਹਾਂ ਦੇ ਲੋਕ ਸਾਰੇ ਅੰਦਰੋਂ ਕਿਸੇ ਨਾ ਕਿਸੇ ਵੇ ਦੇ ਵਿੱਚ, ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਵਿਸ਼ਵਾਸ ਕਰਦੇ ਆ, ਔਰ ਬੜੀ ਹੋਪ ਲੈ ਕੇ ਇੱਕ ਐਸਟ੍ਰੋਲੋਜਰ ਕੋਲ ਆਉਂਦੇ ਆ। ਪਰ ਸਲੋਗਨ ਸਾਡਾ ਇਹੀ ਰਹਿੰਦਾ ਕਿ ਤੁਸੀਂ ਸਾਨੂੰ ਇਹ ਨਾ ਪੁੱਛਣ ਆਓ ਕਿ ਭਵਿੱਖ ਨੂੰ ਜਿਹੜਾ ਹੈਗਾ ਵੈ ਬਦਲਿਆ ਕਿੱਦਾਂ ਜਾ ਸਕਦਾ, ਤੁਸੀਂ ਸਾਨੂੰ ਇਹ ਪੁੱਛਣਾ ਭਵਿੱਖ ਨੂੰ ਬਣਾਉਣਾ ਕਿਸ ਤਰ੍ਹਾਂ ਹੈ। ਅਗਰ ਇਹ ਪਤਾ ਕਰਨ ਆਉਂਦੇ ਹੋ ਤਾਂ ਮੈਨੂੰ ਲੱਗਦਾ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਅਸੀਂ ਲੋਕਾਂ ਨਾਲ ਅੱਛੇ ਤਰੀਕੇ ਡੀਲ ਕਰ ਰਹੇ ਹਾਂ। ਬਟ ਕਿਤੇ ਨਾ ਕਿਤੇ ਪਲੈਨਟ ਦੀ ਸਿਗਨੀਫਿਕੇਸ਼ਨ ਸਮਝਣ ਦੀ ਕੋਸ਼ਿਸ਼ ਕਰੋ। ਅਗਰ ਅਸੀਂ ਪਲੈਨਟ ਤੋਂ ਬੰਦੇ ਦੀ ਪ੍ਰੋਬਲਮ ਨੂੰ ਜੱਜ ਕਰ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਬੰਦੇ ਦੀ ਪ੍ਰੋਬਲਮ ਤੋਂ ਪਲੈਨਟ ਨੂੰ ਜੱਜ ਕਰ ਲਈਏ, ਔਰ ਉਸ ਪਲੈਨਟ ਦੇ ਅੱਛੇ ਟ੍ਰੇਟਸ ਨੂੰ ਆਪਣੇ ਅੰਦਰ ਅਪਣਾ ਕੇ ਤਾਂ ਸਾਨੂੰ ਰਿਲੈਕਸ ਬਹੁਤ ਅੱਛਾ ਲੱਗਣ ਲੱਗ ਜਾਂਦਾ ਹੈ। ਅਸੀਂ ਸ਼ੁਰੂ ਤੋਂ ਸੁਣਦੇ ਆ ਰਹੇ हैं हर समस्या का समाधान ਹੁੰਦਾ ਕਦੀ ਨਹੀਂ ਹੈ। देखिए हर समस्या का समाधान ਮੈਨੂੰ ਲੱਗਦਾ ਕਿ ਜਦੋਂ ਇਨਸਾਨ ਮੈਮ ਪਰੇਸ਼ਾਨ ਹੁੰਦਾ ਨਾ, ਜਦੋਂ ਬਹੁਤ ਜ਼ਿਆਦਾ ਬੜੇ ਸੈਟਬੈਕ 'ਚ ਹੁੰਦਾ, ਉਹਨੂੰ ਛੋਟੀ ਜਿਹੀ ਇੱਕ ਰੇ ਆਫ ਹੋਪ ਬਹੁਤ ਬੜੀ ਚੀਜ਼ ਲੱਗਦੀ ਆ। ਤਾਂ ਸ਼ਾਇਦ ਇਸ ਵਰਡਿੰਗ ਨੂੰ ਸੁਣ ਕੇ ਅਸੀਂ ਲੋਕ ਚਲੇ ਜਾਂਦੇ ਆ ਉਹਨਾਂ ਕੋਲ, ਔਰ ਐਸਟ੍ਰੋਲੋਜੀ ਨੂੰ ਅਗਰ ਈਜ਼ੀ ਲੈਂਗੁਏਜ ਵਿੱਚ ਕਿਹਾ ਜਾਵੇ ਤਾਂ ਇੱਕ ਡਿਵਾਈਨ ਹੈਲਪ ਹੈ, ਔਰ ਪ੍ਰਮਾਤਮਾ ਦੀ ਇੱਕ ਕਿਰਪਾ ਦੇ ਨਾਲ ਪ੍ਰਮਾਤਮਾ ਨੇ ਸਾਡੇ ਥਰੂ ਬਸ ਇੱਕ ਅੱਛਾ ਕੰਮ ਕਰਵਾਉਣਾ ਹੈ। ਐਸਟ੍ਰੋਲੋਜੀ ਨੂੰ ਧਰਮਾਂ ਦੇ ਵਿੱਚ ਵੀ ਵੰਡਿਆ ਗਿਆ। देखिए ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਜੂਕੇਸ਼ਨ ਕਿਸੇ ਵੀ ਧਰਮ ਦੇ ਨਾਲ, ਹਰ ਐਜੂਕੇਸ਼ਨ ਹਰ ਧਰਮ ਦੇ ਨਾਲ ਹੈ। ਇਹ ਬੇਸਿਕਲੀ ਇੱਕ ਐਜੂਕੇਸ਼ਨ ਹੈ। ਲੋਕ ਸਾਨੂੰ ਬਹੁਤ ਵਾਰੀ ਆ ਕੇ ਪੁੱਛਦੇ ਆ ਮੇਰਾ ਟੇਵਾ ਦੇਖ ਕੇ ਦੱਸੋ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਔਰ ਸਾਡੇ ਜਵਾਬ ਹੁੰਦਾ ਕਿ ਪੜ੍ਹਾਈ ਵਾਸਤੇ ਅਸੀਂ ਟੇਵਾ ਦੇਖੀਏ ਇਹ ਤਾਂ ਜ਼ਰੂਰੀ ਨਹੀਂ ਹੈ। ਐਜੂਕੇਸ਼ਨ ਲੈਣਾ ਹਰ ਬੰਦੇ ਦਾ ਇੱਕ ਰਾਈਟ ਹੈ। ਐਜੂਕੇਸ਼ਨ ਗਿਆਨ ਲੈਣਾ ਇੱਕ ਬਹੁਤ ਅੱਛੀ ਗੱਲ ਹੈ, ਔਰ ਇਹਨੂੰ ਹਰ ਇਨਸਾਨ ਨੂੰ ਲੈਣਾ ਚਾਹੀਦਾ। ਇਹਨੂੰ ਅਸੀਂ ਕਿਸੇ ਇੱਕ ਧਰਮ ਨਾਲ ਨਹੀਂ ਜਾਣ ਸਕਦੇ। ਜਿੱਦਾਂ ਅਸੀਂ ਕਿ ਹੇਅਰ ਡਰੈਸਰ ਕੋਲ ਜਾਂਦੇ ਹਾਂ, ਸਾਡੇ ਹੇਅਰ ਦੇਖ ਕੇ ਕਹਿੰਦਾ ਕਿ ਤੁਹਾਡਾ ਹੇਅਰ ਪਤਲਾ ਹੈ, ਇਹਨੂੰ ਪ੍ਰੋਟੀਨ ਘੱਟ ਹੈ, ਇਹਦੇ 'ਚ ਇਹ ਘੱਟ ਹੈ। ਬਸ ਇੱਕ ਐਸਟ੍ਰੋਲੋਜਰ ਇਹ ਚੀਜ਼ਾਂ ਨਾਲ ਸਾਨੂੰ ਗਾਈਡ ਕਰ ਦਿੰਦਾ। ਡਿਸਅਪਾਇੰਟਮੈਂਟ ਕਿੱਥੇ ਹੁੰਦੀ ਹੈ, ਜਿੱਦਾਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਵੀਡੀਓ 'ਚ ਲੋਕ ਨੈਗੇਟਿਵ ਕਮੈਂਟਸ ਕਰਦੇ ਆ। ਇਹ ਬੜੀ ਹੈਰਾਨੀ ਦਾ ਵਿਸ਼ੇ ਹੈ ਕਿ ਅਸੀਂ ਕਿਸੇ ਵਿਸ਼ੇ ਨੂੰ ਬਿਨਾਂ ਜਾਣੇ ਬਿਨਾਂ ਸਮਝੇ ਅਸੀਂ ਕਿਸੇ ਚੀਜ਼ ਤੇ ਚੱਕ ਲੈਂਦੇ ਹੋ, ਜੱਜ ਕਰ ਲੈਂਦੇ ਆ। ਅਗਰ ਤੁਸੀਂ ਉਸ ਵਿਸ਼ੇ ਨੂੰ ਪੜ੍ਹ ਕੇ ਕਹਿ ਰਹੇ ਹੋ ਵਿਸ਼ੇ ਗਲਤ ਹੈ, ਫਿਰ ਸ਼ਾਇਦ ਤੁਸੀਂ ਕਹਿਣ ਦਾ ਹੱਕ ਰੱਖਦੇ ਹੋ। ਜਿਹੜੇ ਵਿਸ਼ੇ ਪੜ੍ਹ ਰਹੇ ਨੇ ਜਾਂ ਜਿਹੜੇ ਸਬਜੈਕਟ ਇਹਨੂੰ ਐਜ਼ ਅ ਸਟੱਡੀ ਲੈ ਰਹੇ ਨੇ, ਤੁਹਾਡੇ ਕੋਲ ਕੋਚਿੰਗ ਲੈਣ ਆਉਂਦੇ ਨੇ ਨਾ, ਐਸਟ੍ਰੋਲੋਜੀ ਪੜ੍ਹਨ ਆਉਂਦੇ ਨੇ, ਉਹਨਾਂ ਦਾ ਕੀ ਫੀਡਬੈਕ ਹੈ? ਦੇਖिए ਫਸਟ ਟਾਈਮ ਜਦੋਂ ਸਾਡੇ ਕੋਲ ਆਉਂਦੇ ਬਹੁਤ ਸਾਰੇ ਲੋਕ ਆ ਕੇ ਇਹੀ ਕਹਿੰਦੇ ਆ ਕਿ ਸਰ ਅਸੀਂ ਲੋਕ ਮਤਲਬ
ਇਸ ਚੀਜ਼ ਨੂੰ ਸਿਰਫ ਸਮਝਣ ਆਏ ਆ। ਸਾਡਾ ਮੋਟਿਵ ਨਹੀਂ ਹੈ ਪੜ੍ਹਨਾ, ਅਸੀਂ ਤਾਂ ਬਿਲੋਂਗ ਇਸ ਰਿਲੀਜੀਅਨ ਨੂੰ ਕਰਦੇ ਆ, ਅਸੀਂ ਤਾਂ ਸਿਰਫ ਦੇਖਣਾ ਚ ਹੈ ਕੀ ਹੈ। ਔਰ ਜਦੋਂ ਸਾਡੇ ਕੋਲੋਂ 3 ਮਹੀਨੇ ਬਾਅਦ ਜਾਂਦੇ ਆ ਨਾ, ਤਾਂ ਬਿਲਕੁਲ ਇੱਕ ਨਵਾਂ ਰੂਪ ਲੈ ਕੇ ਜਾਂਦੇ ਆ। ਔਰ ਸਾਨੂੰ ਉਹਨਾਂ ਦੇ ਵਰਡਿੰਗਸ, ਉਹਨਾਂ ਦੇ ਟੈਸਟੀਮੋਨੀਅਲਸ ਸਾਡੇ ਤੁਸੀਂ ਪੇਜ ਤੇ ਜਾ ਕੇ ਦੇਖੋ ਕਿ ਉਹ ਕਹਿੰਦੇ ਆ ਕਿ ਸਰ ਵਾਕਈ ਸਾਨੂੰ ਜੋ ਲੋਕ ਪ੍ਰੀਟੈਂਡ ਕਰ ਰਹੇ ਸੀ ਜਾਂ ਜੋ ਸਾਨੂੰ ਫੇਸ ਹੋ ਰਿਹਾ ਸੀਗਾ ਕਿ ਮਤਲਬ ਐਦਾਂ ਹੋ ਸਕਦਾ ਨਹੀਂ ਹੋ ਸਕਦਾ, ਉਹ ਸਾਡਾ ਵਿਜ਼ਨ ਕਲੀਅਰ ਹੋ ਚੁੱਕਾ ਹੈ। ਔਰ ਇਨਸਾਨ ਵਹਿਮਾਂ 'ਚ ਪੈਂਦਾ ਨਹੀਂ। ਮੈਨੂੰ ਲੱਗਦਾ ਕਿ ਅਗਰ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਵਹਿਮਾਂ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹੋ, ਔਰ ਵਹਿਮਾਂ ਚੋਂ ਬਾਹਰ ਨਿਕਲ ਕੇ ਇੱਕ ਡਾਇਰੈਕਸ਼ਨਸ ਕਲੀਅਰ ਹੋ ਜਾਂਦੀ ਹੈ। ਮੈਂ ਕਦੀ ਆਪਣਾ ਟੇਵਾ ਨਹੀਂ ਦੇਖਿਆ, ਬਹੁਤ ਵਾਰੀ ਮੈਨੂੰ ਆਪਣੀ ਫੈਮਿਲੀ ਦੇ ਟੇਵੇ ਦਾ ਯਾਦ ਵੀ ਨਹੀਂ ਕਿਹੜੇ ਲੱਗਣ ਹੈ, ਕਿਉਂਕਿ ਇੱਕ ਚੀਜ਼ ਕਲੀਅਰ ਹੋ ਚੁੱਕੀ ਹੈ ਕਿ ਸਾਡੇ ਕਰਮਾਸ, ਸਾਡਾ ਸਬਕੌਂਸ਼ੀਅਸ ਮਾਈਂਡ ਔਰ ਸਾਡਾ ਲਾਅ ਆਫ ਅਟਰੈਕਸ਼ਨ ਕੰਮ ਕਰਦਾ ਹੈ। ਜਦੋਂ ਅਸੀਂ ਕਿਸੇ ਨੂੰ ਰੈਮੇਡੀਜ਼ ਕਰਾ ਦਿੰਨੇ ਆ, ਜਦੋਂ ਮੈਂ ਤੁਹਾਨੂੰ ਕਹਿਣਾ ਨਾ ਕਿ ਨੈਕਸਟ ਈਅਰ ਤੁਹਾਡੇ ਪ੍ਰੋਫੈਸ਼ਨ ਗਿਵਿੰਗ ਪਲੈਨਟ ਐਕਟਿਵ ਹੈ ਔਰ ਇਨਸਾਨ ਫਟਾਫਟ ਬਾਹਰ ਜਾਂਦਾ ਹੈ ਔਰ ਇੱਕ ਨਵੇਂ ਜੋਸ਼ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਮੀਦ ਹੈ ਇੱਕ, ਔਰ ਇੱਕ ਉਮੀਦ ਬਹੁਤ ਬੜੀ ਚੀਜ਼ ਹੈ। ਸਾਨੂੰ ਉਮੀਦ ਹੀ ਤਾਂ ਕਿਸੇ ਕੋਲੋਂ ਮਿਲ ਨਹੀਂ ਪਾਉਂਦੀ ਆਮ ਚੀਜ਼ਾਂ ਦੇ ਵਿੱਚ। ਲਾਅ ਆਫ ਅਟਰੈਕਸ਼ਨ ਕੀ ਹੈ? ਦੇਖੋ, ਲਾਅ ਆਫ ਅਟਰੈਕਸ਼ਨ ਸਪੋਜ਼ ਕਰੋ ਕਿ ਮੈਂ ਬੜੀ ਫਨੀ ਵੇ 'ਚ ਗੱਲ ਕਰ ਰਿਹਾ ਕਿ ਅਗਰ ਅਸੀਂ ਕਿਸੇ ਨੂੰ ਕਹਿੰਦੇ ਆ, ਇੱਕ ਸਾਡੇ ਕੋਲ ਅੱਜ ਕੱਲ੍ਹ ਯੰਗਸਟਰਸ ਬਹੁਤ ਆਉਂਦੇ ਆਪਣੇ ਰਿਲੇਸ਼ਨਸ਼ਿਪਸ ਨੂੰ ਲੈ ਕੇ ਆਉਂਦੇ ਆ, ਤੇ ਕਈ ਵਾਰੀ ਬॉयਜ਼ ਆ ਕੇ ਕਹਿਣਗੇ ਕਿ ਮੇਰਾ ਰਿਲੇਸ਼ਨਸ਼ਿਪ ਨਹੀਂ ਹੈ, ਮੇਰੀ ਕੋਈ ਗਰਲਫ੍ਰੈਂਡ ਨਹੀਂ ਹੈ, ਤਾਂ ਤੁਸੀਂ ਦੇਖੋਗੇ ਕਿ ਜਦੋਂ ਉਹਨੂੰ ਕਿਹਾ ਜਾਂਦਾ ਨਾ ਕਿ ਤੇਰੀ ਗਰਲਫ੍ਰੈਂਡ ਬਣਨ ਵਾਲੀ ਹੈ, ਉਹ ਖੁਦ ਹੀ ਆਪਣੀਆਂ ਪੁਰਾਣੀਆਂ ਫਰੈਂਡਸ ਨੂੰ ਕਾਲ ਕਰਕੇ ਹਾਈ ਹੈਲੋ ਕਰਨੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸ ਤੋਂ ਪਹਿਲਾਂ ਉਹਨੇ ਉਹ ਐਫਰਟਸ ਹੀ ਨਹੀਂ ਕੀਤੇ ਹੁੰਦੇ। ਐਫਰਟਸ ਇਦਾਂ ਦੇ ਲੋਕ ਵੀ ਆਉਂਦੇ ਆ ਸਾਡੇ ਕੋਲ, ਬੜੇ ਅਲੱਗ-ਅਲੱਗ ਕੁਐਸਚਨਸ ਲੈ ਕੇ ਲੋਕ ਆਉਂਦੇ ਆ, ਲੇਕਿਨ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਸਾਈਕੋਲੋਜੀ ਨੂੰ ਲੈ ਕੇ ਬਹੁਤ ਲੋਕ ਆਉਂਦੇ ਆ। ਕਈ ਲੋਕਾਂ ਨੂੰ ਬਾਰ-ਬਾਰ ਹੱਥ ਧੋਣ ਦੀ ਆਦਤ ਹੁੰਦੀ ਹੈ, ਕਈ ਲੋਕਾਂ ਨੂੰ ਬਾਰ-ਬਾਰ ਕੁਛ ਨਾ ਕੁਛ ਥੁੱਕਣ ਦੀ ਆਦਤ ਹੁੰਦੀ ਹੈ। ਇਹ ਚੀਜ਼ਾਂ ਲੈ ਕੇ ਵੀ ਲੋਕ ਸਾਡੇ ਕੋਲ ਆਉਂਦੇ ਆ, ਤੇ ਅਸੀਂ ਇਹ ਥੋੜੀ ਉਹਨਾਂ ਨੂੰ ਕਹਿੰਦੇ ਕਿ ਡਾਕਟਰ ਤੋਂ ਮੈਡੀਸਨ ਨਾ ਲਵੋ। ਅਸੀਂ ਕਹਿੰਦੇ ਡਾਕਟਰ ਤੋਂ ਮੈਡੀਸਨ ਲਵੋ, ਪਰ ਤੁਸੀਂ ਆਪਣੇ ਆਪ ਤੇ ਥੋੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਸੈਲਫ ਕੰਟਰੋਲ ਕਰੋ। ਇੱਕ ਕਾਉਂਸਲਿੰਗ, ਇੱਕ ਡਾਇਰੈਕਸ਼ਨਸ ਹੈ ਕਿ ਦੇਖੋ ਕਿਸੇ ਵੀ ਇਨਸਾਨ ਦਾ ਕਿਸੇ ਵੀ ਗੱਲ ਤੇ ਪ੍ਰਭਾਵ ਪੈਣਾ ਇੱਕ ਬਹੁਤ ਬੜੀ ਚੀਜ਼ ਹੈਗੀ ਹੈ। ਤੋ ਜਦੋਂ ਅਸੀਂ ਇੱਕ ਆਪਣੇ ਕਿਸੇ ਇੱਕ ਐਸਟ੍ਰੋਲੋਜਰ ਦੇ ਕੋਲ ਕੋਈ ਗਾਈਡੈਂਸ ਲੈਣ ਵਾਸਤੇ ਜਾਂਦੇ ਆ, ਤੇ ਮੈਂ ਇੱਕ ਬੜੀ ਅੱਛਾ ਇੱਕ ਤੁਹਾਨੂੰ ਦੱਸ ਰਿਹਾ ਕਿ ਮੇਰੇ ਕੋਲ ਇੱਕ ਵਾਰੀ ਕੋਈ ਕਪਲ ਆਇਆ ਤੇ ਉਹ ਕਹਿੰਦਾ ਕਿ ਸਰ ਸਾਡੀ ਬਹੁਤ ਲੜਾਈ ਹੁੰਦੀ ਹੈ, ਤੁਸੀਂ ਕੋਈ ਰੈਮੇਡੀ ਕਰਵਾ ਦਿਓ, ਬੜੀ ਵੱਡੀ ਰੈਮੇਡੀ ਕਰਾ ਦਿਓ, ਅਸੀਂ ਹਵਨ ਕਰਨ ਨੂੰ ਤਿਆਰ ਹਾਂ, ਅਸੀਂ ਨਗ ਪਾਉਣ ਨੂੰ ਤਿਆਰ ਹਾਂ। ਤਾਂ ਮੈਂ ਉਹਨਾਂ ਨੂੰ ਬੜੇ ਫਨੀ ਵੇ 'ਚ ਕਿਹਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ? ਕਹਿੰਦੇ ਸਾਡੇ 'ਚ ਲੜਾਈ ਬਹੁਤ ਹੁੰਦੀ ਹੈ। ਤੇ ਮੈਂ ਕਿਹਾ ਬੜਾ ਈਜ਼ੀ ਕਨਸੈਪਟ ਹੈ, ਤੁਸੀਂ ਨਾਲ ਲੜੋ। ਉਹ ਕਹਿੰਦੇ ਇੱਕ ਹੀ ਗੱਲ ਹੈ। ਮੈਂ ਕਿਹਾ ਤੁਸੀਂ ਥੋੜਾ ਸੈਲਫ ਕੰਟਰੋਲ ਕਰੋ, ਜਦੋਂ ਤੁਹਾਡੀ ਲੜਾਈ ਹੋਣ ਲੱਗੇ ਤੁਸੀਂ ਮੈਨੂੰ ਕਾਲ ਕਰ ਲਿਆ ਕਰਨਾ, ਔਰ ਆਪਾਂ ਥੋੜਾ ਫਨੀ ਗੱਲਾਂ ਕਰਿਆ ਕਰਾਂਗੇ ਔਰ ਸਭ ਕੁਝ ਸਹੀ ਹੋ ਜਾਏਗਾ। ਇੰਨੀ ਪੁਰਾਣੀ ਇੰਨੀ ਟ੍ਰੈਡੀਸ਼ਨਲ ਸਟੱਡੀ ਹੈ ਤੇ ਇਹਨੂੰ ਕਪਲਸ ਆ ਰਹੇ ਨੇ, ਲੜਾਈ ਰੋਕ ਲਓ, ਜਾਂ ਮੁੰਡਾ ਆ ਰਿਹਾ ਮੇਰੀ ਗਰਲਫ੍ਰੈਂਡ ਨਹੀਂ ਬਣ ਰਹੀ, ਕੀ ਮਾਇਨੇ ਰਹਿ ਜਾਂਦੇ ਨੇ ਐਸਟ੍ਰੋਲੋਜੀ? ਹਾਂਜੀ, ਉਹਨਾਂ ਨੂੰ ਇੱਕ ਨਾ ਇਹ ਲੱਗਦਾ ਹੈ ਕਿ ਸ਼ਾਇਦ ਸਾਡੇ ਕੋਲੋਂ ਜ਼ਿਆਦਾ ਹੱਲ ਇੱਕ ਐਸਟ੍ਰੋਲੋਜਰ ਕੋਲ ਹੈ। ਐਸਟ੍ਰੋਲੋਜਰ ਕੋਲ ਹੱਲ ਨਹੀਂ ਹੈ। ਐਸਟ੍ਰੋਲੋਜਰ ਤੁਹਾਨੂੰ ਇਹ ਡਾਇਰੈਕਸ਼ਨਸ ਦੇ ਸਕਦਾ ਵੀ ਤੇਰੀ ਮੈਰਿਜ ਲਾਈਫ ਤੇਰੀ ਕਿਸਮਤ 'ਚ ਵੀ ਅੱਛੀ ਨਹੀਂ ਹੈ, ਤੇਰੀ ਵੀ ਕਿਸਮਤ 'ਚ ਮੈਰਿਡ ਲਾਈਫ ਅੱਛੀ ਨਹੀਂ ਹੈ। ਤੁਸੀਂ ਇੱਕ ਹਸਬੈਂਡ ਵਾਈਫ ਨੂੰ ਨਾ ਹੁੰਦੇ ਹੋਏ ਤੁਸੀਂ ਇੱਕ ਫਰੈਂਡਸ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦਿਓ। ਤੁਸੀਂ ਆਪਣੇ ਮਨ 'ਚ ਅਰਜ਼ੀ ਨਾ ਲੈ ਕੇ ਆਓ ਕਿ ਅਸੀਂ ਹਸਬੈਂਡ ਵਾਈਫ ਹੈ। ਇੱਕ ਲੇਡੀ ਆਈ, ਉਹ ਕਹਿੰਦੀ ਮੇਰੇ ਬਹੁਤ ਲੜਾਈ ਹੋਈ ਹੈ ਮੇਰੇ ਸਸੁਰਾਲ ਦੇ ਵਿੱਚ, ਔਰ ਕੀ ਮੈਂ ਉੱਥੇ ਜਾਣਾ ਚਾਹੁੰਦੀ ਹਾਂ, ਮੈਨੂੰ ਲੈਣ ਨਹੀਂ ਆ ਰਹੇ। ਤੇ ਮੈਂ ਉਹਨਾਂ ਨੂੰ ਬੜਾ ਹੱਸ ਕੇ ਕਿਹਾ, ਮੈਂ ਕਿਹਾ ਤੁਸੀਂ ਆਪਣੀ ਕਾਰ ਚੱਕੋ ਔਰ ਚਲੇ ਜਾਓ। ਕਹਿੰਦੀ ਨਹੀਂ, ਮੈਂ ਇਸ ਤਰ੍ਹਾਂ ਨਹੀਂ ਜਾਣਾ। ਮੈਂ ਕਿਹਾ ਉਹਨਾਂ ਨੇ ਤੁਹਾਨੂੰ ਕੁਝ ਮਾਰਿਆ ਕੁੱਟਿਆ? ਕਹਿੰਦੇ ਨਹੀਂ। ਮੈਂ ਕਿਹਾ ਤੁਹਾਨੂੰ ਕੁਝ ਤੁਹਾਡੀ ਸ਼ਾਨ ਦੇ ਖਿਲਾਫ ਕਿਹਾ? ਕਹਿੰਦੇ ਨਹੀਂ ਕਿਹਾ। ਮੈਂ ਕਿਹਾ ਫਿਰ ਤੁਸੀਂ ਕਿਉਂ ਆ ਗਏ? ਕਹਿੰਦੇ ਬਸ ਮੈਂ ਆ ਗਈ, ਮੈਨੂੰ ਗੁੱਸਾ ਚੜਿਆ। ਛੋਟੀਆਂ ਗੱਲਾਂ, ਲੋਕਾਂ ਦੀ ਗੱਲਾਂ ਸੁਣ ਕੇ ਬੜੀ ਹੈਰਾਨਗੀ ਹੋਈ ਕਿ ਫੈਮਿਲੀ ਮੈਟਰਸ ਤੁਹਾਡੇ ਨਾਲ ਡਿਸਕਸ ਕਰਨ ਆ ਰਹੇ ਨੇ, ਜਦਕਿ ਫੈਮਿਲੀ ਮੈਟਰਸ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਡਿਸਕਸ ਹੋਣੇ। ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਮੈਮ ਇਹਦੇ ਵਿੱਚ ਤੁਹਾਡੀ ਪਲੈਨੇਟਰੀ ਪੋਜੀਸ਼ਨ ਦਾ ਰੋਲ ਨਹੀਂ ਹੈ, ਇਹਦੇ ਵਿੱਚ ਰੋਲ ਤੁਹਾਡੀ ਈਗੋ ਦਾ ਹੈ। ਤੁਸੀਂ ਆਪਣੀ ਈਗੋ ਨੂੰ ਥੋੜਾ ਜਿਹਾ ਸ਼ਾਂਤ ਰੱਖੋ। ਔਰ ਉਹੀ ਲੇਡੀ 5 ਸਾਲ ਬਾਅਦ, 2 ਸਾਲ ਬਾਅਦ, 1 ਸਾਲ ਬਾਅਦ ਆ ਕੇ ਕਹਿੰਦੀ ਹੈ ਕਿ ਸਰ ਸ਼ਾਇਦ ਮੇਰੇ ਪੇਰੈਂਟਸ ਕਈ ਵਾਰੀ ਮੈਨੂੰ ਪੈਂਪਰਡ ਕਰ ਰਹੇ ਸੀਗੇ, ਪਰ ਤੁਹਾਡੀਆਂ ਡਾਇਰੈਕਸ਼ਨਸ ਦੇ ਨਾਲ ਮੈਂ ਸਾਰਾ ਕੁਝ ਭੁੱਲ ਕੇ ਮੈਂ ਬੈਗ ਚੱਕ ਕੇ ਆਪਣੇ ਹਸਬੈਂਡ ਦੇ ਕੋਲ ਚਲੀ ਗਈ। ਸਾਨੂੰ ਨਾ ਕਈ ਵਾਰੀ ਕੀ ਹੁੰਦਾ ਹੈ, ਹਰ ਇੱਕ ਪੇਰੈਂਟਸ ਦਾ ਸੌਫਟ ਕਾਰਨਰ ਹੁੰਦਾ ਹੈ, ਸਾਡੇ ਫਰੈਂਡਸ ਦਾ ਸੌਫਟ ਕਾਰਨਰ ਹੁੰਦਾ ਹੈ, ਔਰ ਲੋਕ ਸਾਡੇ ਕੋਲ ਅਸੀਂ ਜਾਣਦੇ ਉਹਨਾਂ ਕੋਲੋਂ ਸਾਨੂੰ ਸੌਫਟ ਗੱਲਾਂ ਕਰਕੇ, ਖਾਸ ਕਰ ਉਹ ਗੱਲਾਂ ਜਿਹੜੀਆਂ ਸਾਨੂੰ ਪਸੰਦ ਹੈ ਕਰਕੇ ਭੇਜ ਦਿੰਦੇ ਆ। ਪਰ ਐਸਟ੍ਰੋਲੋਜਰ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਅਗਰ ਤੁਹਾਡੇ ਹਸਬੈਂਡ, ਤੁਹਾਡੀ ਸੱਸ, ਤੁਹਾਡਾ ਦੇਵਰ, ਅਗਰ ਉਹਨਾਂ 'ਚ ਕੋਈ ਐਦਾਂ ਦਾ ਉਹਨਾਂ ਨੇ ਤੁਹਾਡੀ ਸ਼ਾਨ ਦੇ ਖਿਲਾਫ ਕੁਝ ਨਹੀਂ ਕੀਤਾ, ਤਾਂ ਆਪਣੀ ਈਗੋ ਕਰਕੇ ਆਪਣੀ ਮੈਰਿਡ ਲਾਈਫ ਖਰਾਬ ਨਾ ਕਰੋ। ਤੁਹਾਡੇ ਟੇਵੇ 'ਚ ਈਗੋ ਵਾਲੀ ਪ੍ਰੋਬਲਮ ਹੈ, ਤੁਹਾਡੀ ਸਾਈਕੋਲੋਜੀ ਈਗੋ ਵਾਲੀ ਹੈ, ਤੁਹਾਡੀ ਸਪੀਚ ਹਾਰਸ਼ ਹੈ। ਤੁਸੀਂ ਆਪਣੀ ਸਪੀਚ ਔਰ ਈਗੋ ਨੂੰ ਸਾਈਡ ਤੇ ਰੱਖੋ ਔਰ ਆਪਣੀ ਮੋਟਰਸਾਈਕਲ, ਗੱਡੀ, ਕਾਰ ਜੋ ਚੱਕਣੀ ਚੱਕੋ। ਔਰ ਆਪਣੇ ਤੋਂ ਅਗਰ ਕੁਝ ਵਿਊਵਰਸ ਐਸੇ ਹੈ ਜਿਨ੍ਹਾਂ ਕੋਲ ਕੁਐਰੀਜ਼ ਬਹੁਤ ਸਾਰੀਆਂ, ਕਿਉਂਕਿ ਸਮਟਾਈਮ ਅਸੀਂ ਪੇਜ ਤੇ ਇੰਨਾ ਜ਼ਿਆਦਾ ਲਿੰਕ ਨਹੀਂ ਕਰ ਪਾਉਂਦੇ, ਤੇ ਤੁਸੀਂ ਸਾਡਾ ਪੇਜ ਹੈਗਾ ਥਰਡ ਆਈ ਐਸਟ੍ਰੋ ਰਿਸਰਚ ਸੈਂਟਰ ਦੇ ਨਾਮ ਤੇ, YouTube ਅਕਾਊਂਟ ਹੈ ਸਾਡਾ ਥਰਡ ਆਈ ਐਸਟ੍ਰੋ ਰਿਸਰਚ ਸੈਂਟਰ ਦੇ ਨਾਮ ਤੇ, ਇੰਸਟਾ ਤੇ ਹੈਗੇ ਅਸੀਂ, ਔਰ ਅਸੀਂ ਇੱਕ ਇਹਨੂੰ ਬੜਾ ਕੈਜੂਅਲ ਵੇ ਦੇ ਵਿੱਚ ਔਰ ਫਨ ਵੇ ਦੇ ਵਿੱਚ ਪੜ੍ਹਨ ਵਾਸਤੇ ਟਿਕਟੌਕ ਤੇ ਵੀ ਆਏ ਆ। ਤੁਸੀਂ ਉੱਥੇ ਸਾਨੂੰ ਫੋਲੋ, ਸਬਸਕ੍ਰਾਈਬ ਔਰ ਲਾਈਕ ਕਰੋਗੇ, ਤੁਹਾਨੂੰ ਕਈ ਤੁਹਾਡੀਆਂ ਗੱਲਾਂ ਦੇ ਆਨਸਰ ਜ਼ਰੂਰ ਮਿਲਣਗੇ। ਬਸ ਉਹਦੇ ਵਿੱਚ ਇਹ ਧਿਆਨ ਰੱਖਣਾ, ਹੋਰੋਸਕੋਪ ਨੂੰ ਅਸੀਂ ਐਨਾਲਾਈਜ਼ ਨਹੀਂ ਕਰ ਸਕਦੇ, ਬਟ ਅਸੀਂ ਤੁਹਾਡੀ ਕੁਐਰੀਜ਼ ਦਾ ਆਨਸਰ ਜ਼ਰੂਰ ਦੇ ਸਕਦੇ ਹਾਂ। ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਮਨੀਸ਼ ਸ਼ਾਹੀ ਜਿਨ੍ਹਾਂ ਨੇ ਐਸਟ੍ਰੋਲੋਜੀ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਜਿਨ੍ਹਾਂ ਨੇ ਹਰ ਉਸ ਆਮ ਵਿਅਕਤੀ ਦੇ ਸਵਾਲ ਦੀ ਜਵਾਬ
ਨੂੰ ਕਲੀਅਰਲੀ ਜਿਹੜਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਐਸਟ੍ਰੋਲੋਜੀ ਹੈ ਕਿ ਐਸਟ੍ਰੋਲੋਜੀ ਨੂੰ ਜਿਹੜੇ ਲੋਕ ਅੰਧ ਵਿਸ਼ਵਾਸ ਮੰਨਦੇ ਨੇ ਜਾਂ ਐਸਟ੍ਰੋਲੋਜਰਸ ਨੂੰ ਠੱਗ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ, ਉਸ ਦਾ ਜਵਾਬ ਇਹਨਾਂ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਸ ਟ੍ਰੈਡੀਸ਼ਨਲ ਸਟੱਡੀ ਨੂੰ ਅਕੈਡਮਿਕ ਵੇ ਦੇ ਵਿੱਚ ਲੈ ਕੇ ਆਉਣਾ ਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਗਿਆਨ ਵੰਡਣਾ, ਇਹ ਕੋਸ਼ਿਸ਼ ਜਿਹੜਾ ਥਰਡ ਆਈ ਐਸਟ੍ਰੋਲੋਜੀ ਵਿਜ਼ਨ ਵੱਲੋਂ ਕੀਤੀ ਜਾ ਰਹੀ ਹੈ। ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵਧੇਰੇ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।